ਫੈਬਰੀਕੇਸ਼ਨ ਦੇ ਇਲਜ਼ਾਮਾਂ ਹੇਠ ਵਿਜੀਲੈਂਸ ਨੇ FIR ਦਰਜ ਕੀਤੀ ਗਈ ਹੈ। IG ਦੇ ਨਾਮ ਤੇ 20 ਲੱਖ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਦੱਸਦੇ ਕਿ ਕਤਲ ਦੇ ਕੇਸ 'ਚ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀਗੀ। SP ਇਨਵੈਸਟੀਗੇਸ਼ਨ ਗਗਨੇਸ਼ ਸ਼ਰਮਾ, DSP ਸੁਸ਼ੀਲ ਕੁਮਾਰ, IG ਦਫ਼ਤਰ ਤੇ IT ਬ੍ਰਾਂਚ ਦੇ ਇੰਚਾਰਜ SI ਖੇਮਚੰਦ ਪਰਾਸ਼ਰ ਤੋਂ ਇਲਾਵਾ 2 ਹੋਰ ਲੋਕਾਂ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਦੱਸਦੇ ਕਿ ਵਿਜੀਲੈਂਸ ਨੇ SP ਗਗਨੇਸ਼ ਤੇ DSP ਸੁਸ਼ੀਲ ਤੋਂ ਪੁੱਛਗਿੱਛ ਕੀਤੀ ਸੀਗੀ। ਦੋਵੇਂ ਪੁਲਿਸ ਆਫੀਸਰਸ ਤੋਂ ਕਰੀਬ 2.5 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਕੱਲ ਵਿਜੀਲੈਂਸ ਦੇ ਵੱਲੋਂ ਜੋ ਹੈ SSP ਦਫ਼ਤਰ 'ਚ ਉੱਥੇ ਪਹੁੰਚੀ ਸੀਗੀ ਵਿਜੀਲੈਂਸ ਤੇ ਉੱਥੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਗਈ ਸੀ। ਮੇਰੇ ਸਹਿਯੋਗੀ ਨਰੇਸ਼ ਸੇਠੀ ਫੋਨ ਲਾਈਨ ਤੇ ਮੌਜੂਦ ਨੇ। ਨਰੇਸ਼, ਜਾਣਨਾ ਚਾਹਾਂਗੇ ਕੱਲ ਵਿਜੀਲੈਂਸ ਦੇ ਵੱਲੋਂ ਫਰੀਦਕੋਟ 'ਚ SSP ਦਫ਼ਤਰ ਤੇ ਛਾਪੇਮਾਰੀ ਕੀਤੀ ਗਈ ਸੀਗੀ ਤੇ ਹੁਣ ਫਰੀਦਕੋਟ ਦੇ SP DSP ਸਣੇ 5 ਪੁਲਿਸ ਆਫੀਸਰਸ ਤੇ FIR ਦਰਜ ਹੋ ਚੁੱਕੀ ਹੈ। ਪੂਰਾ ਮਾਮਲਾ जानना चाहवांगे। बिल्कुल कुछ दस दी कि करीब 4 साल पहला एक हत्या का मामला सामने आया सी, जिहड़ा पिंड कोटसुखिया विच एक डेरे दे महंत का कतल गोलियां मार के कर दिता गया सी। तो उस मामले की जांच लई SIT गठित की गई सी, पर शिकायतकर्ता वल्लों एक शिकायत दर्ज करवाई गई सी कि उसे ते ही दबाव पा के उसको 50 लाख रुपए की रिश्वत मंगी जा रही है और जिसकी पड़ताल करने तो बाद ये सारा मामला विजिलेंस के ध्यान में आया और उस तो बाद कल गल करिए तो करीब 3 घंटे विजिलेंस की टीम वल्लों SP फरीदकोट और DSP फरीदकोट नाल पुछताछ की गई है और दस दी कि हुण इस मामले विच जिला फरीदकोट वल्लों जिला पुलिस वल्लों एक FIR दर्ज की गई है, जिस विच SP रैंक और उस तो बाद DSP रैंक और उस तो बाद एक SI और 2 ਜਿਹੜੇ ਪ੍ਰਾਈਵੇਟ ਵਿਅਕਤੀ ਜਿਹੜੇ ਜਿਨ੍ਹਾਂ ਵੱਲੋਂ ਕਿ ਇਹਨਾਂ ਸਾਰਿਆਂ ਦੀ ਸੌਦੇਬਾਜ਼ੀ ਕਰਵਾਈ ਗਈ ਸੀ। ਤਾਂ 5 ਜਣਿਆਂ ਦੇ ਖਿਲਾਫ ਹੁਣ ਜਿਹੜੀ ਇੱਕ FIR ਦਰਜ ਕੀਤੀ ਗਈ ਹੈ, ਜਿਸ ਵਿੱਚ ਸ਼ਿਕਾਇਤਕਰਤਾ ਨੇ ਇਲਜ਼ਾਮ ਲਾਏ ਸੀਗੇ ਕਿ ਉਹਨਾਂ ਤੋਂ 50 ਲੱਖ ਰੁਪਏ ਦੀ ਜਿਹੜੀ ਰਿਸ਼ਵਤ ਮੰਗੀ ਗਈ ਸੀ, ਜਿਸ ਦਾ 35 ਲੱਖ ਵਿੱਚ ਜਿਹੜੀ ਸੈਟਲਮੈਂਟ ਹੋਈ ਸੀ, ਉਹਨਾਂ ਵਿੱਚੋਂ 20 ਲੱਖ ਰੁਪਏ ਆਲਰੇਡੀ ਉਹ ਦੇ ਚੁੱਕੇ ਨੇ। ਤਾਂ ਇਸ ਸਾਰੇ ਮਾਮਲੇ ਦੀ ਹੁਣ ਜਿਹੜੀ ਪੜਤਾਲ ਹੈ ਵਿਜੀਲੈਂਸ ਵੱਲੋਂ ਵੀ ਕੀਤੀ ਜਾ ਰਹੀ ਹੈ। जी बहुत बहुत शुक्रिया नरेश, सानू तमाम जानकारी देने लई। ते कतल का मामला सीगा, उस दे विच SIT का गठन किया गया सीगा ते रिश्वत लैण दे इल्जाम लगे ने। हालांकि कल विजिलेंस दे वल्लों छापेमारी की गई सी, फरीदकोट दफ्तर पहुंची सी SSP विजिलेंस ते उत्थे करीब 2.5 घंटे तक पुछ पड़ताल की गई सी ते हुण फरीदकोट दे SP DSP सने 5 लोकां ते FIR दर्ज कर ली गई। ਹੁਣ ਗੱਲ ਕਰਾਂਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ। ਜਥੇਦਾਰ ਨੇ ਅਕਾਲੀ ਦਲ ਤੇ ਸਵਾਲ ਖੜੇ ਕੀਤੇ ਨੇ। ਇੱਕ ਵਾਰ ਫਿਰ ਤੋਂ ਅਕਾਲੀ ਦਲ ਆਪਣੇ ਮਕਸਦ ਤੋਂ ਭਟਕ ਗਿਆ ਹੈ। ਅਕਾਲੀ ਦਲ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਰਾਸ਼ਟਰੀ ਸੋਚ ਤੇ ਸਿੱਖ ਪੰਥ ਮੰਨਫੀ ਹੋ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਉਹਨਾਂ ਨੇ ਕਿਹਾ ਕਿ ਪਹਿਲਾਂ ਪੰਥ ਤੇ ਗੁਰਦੁਆਰੇ ਮੁੱਖ ਏਜੰਡੇ ਹੁੰਦੇ ਸਨ, ਪਰ ਹੁਣ ਪੰਥ ਤੇ ਗੁਰਦੁਆਰੇ ਨੰਬਰ 1 ਤੇ ਸਨ। ਤੇ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨਜ਼ਰ ਆਏ ਕਿ ਅਕਾਲੀ ਦਲ ਦਾ 50 ਸਾਲ ਪੁਰਾਣਾ ਸੰਵਿਧਾਨ ਪੜ੍ਹ ਕੇ ਦੇਖੋ, ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਤੇ ਜਥੇਦਾਰ ਨੇ ਅਕਾਲੀ ਦਲ ਤੇ ਇੱਕ ਵਾਰ ਫਿਰ ਤੋਂ ਸਵਾਲ ਚੁੱਕੇ ਨੇ। ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਸਵਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਚੁੱਕੇ ਗਏ ਨੇ। ਇੱਕ ਵਾਰ ਉਹਨਾਂ ਨੇ ਕਿਹਾ ਸੀਗਾ ਕਿ ਜੋ ਅਕਾਲੀ ਦਲ ਹੈ ਮਜ਼ਦੂਰਾਂ ਤੇ ਕਿਸਾਨ ਦੀ ਪਾਰਟੀ ਹੈ, ਸਰਮਾਏਦਾਰਾਂ ਦੀ ਨਹੀਂ ਹੈ। ਉਸ ਟਾਈਮ ਵੀ ਕਾਫੀ ਸਿਆਸੀ ਘਮਸਾਨ ਮਚਿਆ ਸੀਗਾ ਤੇ ਇੱਕ ਵਾਰ ਫਿਰ ਤੋਂ ਜਥੇਦਾਰ ਦੇ ਵੱਲੋਂ ਅਕਾਲੀ ਦਲ ਦੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ। ਸਾਡੇ ਰਾਸ਼ਟਰੀ ਏਜੰਡੇ ਦੇ ਵਿੱਚ ਇਹ ਸ਼ਬਦ ਜਿਹੜੇ ਆ ਉਹ ਪਹਿਲੇ ਨੰਬਰ ਤੇ ਹੁੰਦੇ ਸੀ, ਸਿੱਖ ਪੰਥ ਤੇ ਗੁਰਦੁਆਰੇ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ 50 ਸਾਲ ਪੁਰਾਣਾ ਜਿਹੜਾ ਹੈ ਉਹ ਤੁਸੀਂ ਪੜ੍ਹ ਕੇ ਦੇਖ ਲਓ ਸੰਵਿਧਾਨ। 50 ਸਾਲ ਪੁਰਾਣੇ ਸੰਵਿਧਾਨ ਦੇ ਵਿੱਚ ਮੁੱਖ ਏਜੰਡਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਦਾ? ਇਹ ਬਾਖੂਬੀ ਲਿਖਿਆ ਹੋਇਆ ਹੈ, ਸਿੱਖ ਪੰਥ ਤੇ ਗੁਰਦੁਆਰਿਆਂ ਦੀ ਚੜ੍ਹਦੀ ਕਲਾ। ਅੱਜ ਸਾਡੀ ਰਾਸ਼ਟਰੀ ਸੋਚ ਦੇ ਵਿੱਚੋਂ ਸਿੱਖ ਪੰਥ ਵੀ ਮੰਨਫੀ ਹੋ ਗਿਆ और गुरुद्वारे भी मंत्री हो गए। ये सारी कमजोरी है। जे असी ताकतवर बनना तो सानू धन गुरु ग्रंथ साहिब सच्चे पातशाह की हजूरी च अपन संस्थावां जिहड़ियां सिर जोड़ के बैठ के मजबूत करनियां होणगियां। देश के मशहूर शायर बशीर बदर ने अपनी एक गजल का शेर कहा सी कि दुश्मनी जम के करो लेकिन ये गुंजाइश रहे जब कभी दोस्त हो जाएं तो शर्मिंदा न हो। बीते काल माझे के 2 वड्डे सियासी चेहरियां नवजोत सिंह सिद्धू और बिक्रम मजीठिया की जफ्फी ने नवीं चर्चावां छेड़ दित्तियां ने। सियासतदान आपस में कई बार विरोधियों को मिलते हैं, हथ भी मिलाते हैं, हाल चाल भी पूछते हैं। पर बीते दिन नवजोत सिंह सिद्धू और बिक्रम सिंह मजीठिया की एक जफ्फी ने पंजाब की सियासत में हवा का जिहड़ा बुला छड्डिया, उसका असर सोशल मीडिया तो लैके सियासी गलियारा तक नजर आ रहा है। वीरवार को यह जफ्फी पाने तो बाद नवजोत सिंह सिद्धू ने कहा सी कि उन्होंने कोलों गलती हुई और वह गुनाहगार नहीं। मैं इस गल दा गुनाहगार हां कि तुसीं मैनूं इक दिन कहा सी
ਕਿ ਇਹਦੇ ਨਾਲ ਹੱਥ ਮਿਲਾਉਣ ਜੋਗਾ ਰੱਖੀਦਾ। ਤੁਸੀਂ ਕਿਹਾ ਸੀ ਮੈਨੂੰ, ਮੈਂ ਨਹੀਂ ਕੀਤਾ, ਮੇਰੀ ਗਲਤੀ ਸੀ। ਇਨਸਾਨ ਕਿੰਨਾ ਵੀ ਕਿਸੇ ਦੇ ਨਾਲ ਮਨਮੁਟਾਵ ਹੋਣ, ਔਰ ਮੇਰੇ ਮਨਮੁਟਾਵ ਹੈਗੇ ਆ, ਮੈਂ ਜ਼ਾਹਿਰ ਕੀਤੇ, ਲੇਕਿਨ ਨਹੀਂ। ਪਰ ਜਦੋਂ ਆਦਮੀ ਸਾਰੀ ਦੁਨੀਆ ਦੇ ਸਾਹਮਣੇ ਕਿਸੇ ਨੂੰ ਮਿਲੇ ਤੇ ਇੰਨੇ ਜੋਗਾ ਨਾ ਹੋਵੇ ਵੀ ਹੱਥ ਮਿਲਾ ਲੇ, ਇੰਨੇ ਜੋਗਾ ਚਲੋ ਜੱਫੀ ਪਾਈਏ, ਪੱਪੀ ਹਿੱਲੇ। ਦੋ ਧੁਰ ਵਿਰੋਧੀ ਧਿਰਾਂ ਦੇ ਆਗੂਆਂ ਦੀ ਇਸ ਜੱਫੀ ਤੇ ਪ੍ਰਤੀਕਰਮ ਜਦੋਂ ਸਰਕਾਰ ਤੋਂ ਮੰਗਿਆ ਗਿਆ ਤਾਂ ਇਸ ਨੂੰ ਕੈਬਨਿਟ ਮੰਤਰੀਆਂ ਨੇ ਸਰਕਾਰ ਦੇ ਕੰਮਕਾਜ ਅਤੇ ਤੌਰ ਤਰੀਕਿਆਂ ਦਾ ਖੌਫ ਕਰਾਰ ਦਿੱਤਾ। ਪਈ ਆ ਇਹ ਜੱਫੀ ਤੇ ਸ਼ੁਰੂ ਤੋਂ ਹੀ ਇਹਨਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਦੀ ਸ਼ੁਰੂ ਤੋਂ ਹੀ ਇਹ ਜੱਫੀ ਪਈ ਆ। ਪਰ ਕੱਲ ਜਿਹੜੀ ਜੱਗ ਜ਼ਾਹਰ ਹੋਈ ਆ, ਲੋਕ ਤੇ ਪਹਿਲਾਂ ਹੀ ਜਾਣਦੇ ਸਨ ਕਿ ਇਹ ਲੋਕ ਰਲੇ ਹੋਏ ਆ। ਇਹਨਾਂ ਨੂੰ ਤੇ ਹੁਣ ਇੱਕ ਕੋਈ ਸਾਂਝੀ ਪਾਰਟੀ ਬਣਾ ਲੈਣੀ ਚਾਹੀਦੀ ਆ। ਸਿੱਧੂ ਸਾਹਿਬ ਨੂੰ, ਮਜੀਠੀਆ ਸਾਹਿਬ ਨੂੰ, ਬਾਜਵਾ ਸਾਹਿਬ ਨੂੰ, ਕਮਲ ਸ਼ਰਮਾ ਜੀ ਨੂੰ ਤੇ ਹੋਰ ਵੀ ਜਿੰਨੇ ਵੀ ਉੱਥੇ ਆਗੂ ਗਏ ਨੇ, ਇਹਨਾਂ ਨੂੰ ਇੱਕੋ ਡਰ ਸਤਾ ਰਿਹਾ, ਉਹ ਸਰਦਾਰ ਭਗਵੰਤ ਸਿੰਘ ਮਾਨ ਦਾ, ਆਮ ਆਦਮੀ ਪਾਰਟੀ ਦਾ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ। ਤੇ ਲੋਕ ਪਹਿਲਾਂ ਹੀ ਰਲੇ ਹੋਏ ਸਨ। ਆਮ ਆਦਮੀ ਪਾਰਟੀ ਜਦੋਂ ਹੋਂਦ ਚ ਆਈ, ਸੱਤਾ ਚ ਆਈ, ਉਹਦੇ ਬਾਅਦ ਇਹ ਜੱਗ ਜ਼ਾਹਰ ਹੋ ਗਿਆ, ਇੱਕੇ ਸਟੇਜ ਤੇ ਬੈਠੇ ਆ। ਪੱਟਾਂ ਦੇ ਹੱਥ ਮਾਰ ਕੇ ਲਲਕਾਰੇ ਮਾਰਦੇ ਸੀ। ਚਲੋ ਇਹਨਾਂ ਦੀ ਜੱਫੀ ਪਈ ਆ, ਸਾਨੂੰ ਕੋਈ ਇਹਦਾ ਦੁੱਖ ਨਹੀਂ ਹੈਗਾ, ਪਰ ਕੋਈ ਪ੍ਰਿੰਸੀਪਲੀ ਜਿਹੜੀਆਂ ਇਹ ਗੱਲਾਂ ਇੱਕ ਦੂਜੇ ਨੂੰ ਕਹਿੰਦੇ ਰਹੇ ਆ ਵੀ ਆਹ ਕਰਦਾ, ਇਹ ਫਲਾਣਾ ਆਹ ਕਰਦਾ, ਅੱਜ ਉਹ ਕਿੱਥੇ ਗਈਆਂ? ਇਟ ਮੀਨਸ ਇਹ ਆਪਣੀਆਂ ਗੱਲਾਂ ਤੇ ਵੀ ਸਟੈਂਡ ਨਹੀਂ ਕਰਦੇ। ਜੱਫੀ ਪਾਈ ਹੈ ਤੁਸੀਂ ਕਿ ਲੋਕਾਂ ਨੂੰ ਦਿਖਾਉਣ ਲਈ ਜਾਂ ਅੱਜ ਮੌਕਾ ਪ੍ਰਸਤੀ ਲਈ ਪਾਈ। ਉਧਰ ਇਸ ਜੱਫੀ ਦਾ ਇੱਕ ਇਮੀਡੀਏਟ ਇੰਪੈਕਟ ਨਜ਼ਰ ਆਇਆ ਸੋਸ਼ਲ ਮੀਡੀਆ ਤੇ। ਟਵਿੱਟਰ ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਸਿਹਤਯਾਬੀ ਲਈ ਦੁਆ ਕਰਦਿਆਂ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ। ਉਹਨਾਂ ਲਿਖਿਆ, ਡਾਕਟਰ ਨਵਜੋਤ ਕੌਰ ਸਿੱਧੂ ਜੀ ਦੀ ਕੈਂਸਰ ਤੋਂ ਛੇਤੀ ਰਿਕਵਰੀ ਲਈ ਦੁਆਵਾਂ। ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਾਹਰ ਆਉਣ ਦਾ ਬਲ ਬਖਸ਼ਣ, ਕਿਉਂ ਜੋ ਇੱਕ ਪਰਿਵਾਰ ਦੇ ਲਈ ਤਾਕਤ ਦੀ ਥੰਮ, ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਸਾਡੀਆਂ ਦੁਆਵਾਂ ਹਮੇਸ਼ਾ ਉਹਨਾਂ ਦੇ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਨੇ। ਅਕਾਲੀ ਆਗੂਆਂ ਨੇ ਇਸ ਜੱਫੀ ਨੂੰ ਸੂਬੇ ਦੇ ਸੱਭਿਆਚਾਰ ਦੇ ਨਾਲ ਜੋੜਿਆ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਇਸੇ ਤਰ੍ਹਾਂ ਦੀ ਸਿਆਸਤ ਸਿਖਾਉਂਦੇ ਰਹੇ ਸਨ। मनी जम के करो, पर इतनी गुंजाइश रहे कि कभी मिलो तो शर्मिंदगी ना हो। सो वो चंगी गल है। सरदार प्रकाश सिंह बादल तो हमेशा इस सियासत दे हामी सी। ਜੱਫੀ ਦੇ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ। ਸੂਬੇ ਦੇ ਸੱਭਿਆਚਾਰ ਦੀ ਤਸਵੀਰ ਦੱਸੀ ਜਾ ਰਹੀ ਜੱਫੀ ਨੂੰ ਵਜ਼ਾਰਤ ਸਵਾਲਾਂ ਦੇ ਵਿੱਚ ਖੜਾ ਕਰ ਰਹੀ ਹੈ, ਪਰ ਸੂਬੇ ਦੇ ਲੋਕ ਇਸ ਜੱਫੀ ਨੂੰ ਕਿਹੜੇ ਐਂਗਲ ਤੋਂ ਵੇਖਣਗੇ, ਇਹ ਵੇਖਣਾ ਹੋਵੇਗਾ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਤੇ ਚੰਡੀਗੜ੍ਹ ਤੋਂ ਮਨੋਜ ਰਾਠੀ ਦੇ ਨਾਲ ਪੰਕਜ ਕਪਾਹੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਰਵਨੀਤ ਬਿੱਟੂ ਨੇ ਇਸ ਪੂਰੇ ਮਾਮਲੇ ਤੇ ਟਵੀਟ ਕੀਤਾ ਹੈ। ਉਹਨਾਂ ਲਿਖਿਆ ਹੈ ਕਿ 6 ਸਾਲ ਤੋਂ ਨਵਜੋਤ ਸਿੰਘ ਸਿੱਧੂ ਜੀ ਨੇ ਰੈਲੀਆਂ ਵਿੱਚ ਸਿਰਫ ਇੱਕ ਹੀ ਗੱਲ ਕੀਤੀ ਹੈ ਕਿ ਮਜੀਠੀਆ ਨਸ਼ਾ ਤਸਕਰ ਨੇ ਤੇ ਪੰਜਾਬ ਦੀ ਜਵਾਨੀ ਖਤਮ ਕੀਤੀ ਹੈ। ਆਮ ਜ਼ਿੰਦਗੀ ਵਿੱਚ ਮਿਲਣਾ, ਹੱਥ ਮਿਲਾਉਣਾ ਵੱਖਰੀ ਚੀਜ਼ ਹੈ, ਪਰ ਸਿੱਧੂ ਸਾਹਿਬ ਦੇ ਮਜੀਠੀਆ ਪ੍ਰਤੀ ਅੱਜ ਦੇ ਰਵੱਈਏ ਤੋਂ ਕਾਂਗਰਸ ਦਾ ਵਰਕਰ ਬਹੁਤ ਹਤਾਸ਼ ਹੈ। ਹੁਣ ਗੱਲ ਕਾਂਗਰਸ ਸ਼ੁਰੂ ਹੋਏ ਨਵੇਂ ਕਲੇਸ਼ ਦੀ। ਪਹਿਲਵਾਨਾਂ ਦੀ ਦੰਗਲ ਹੀ ਵਿਵਾਦ ਦੀ ਵਜ੍ਹਾ ਬਣ ਗਿਆ ਹੈ। ਜਦੋਂ ਰਾਜਾ ਵੜਿੰਗ ਨੇ ਆਪਣੇ ਪੁਰਾਣੇ ਸਾਥੀ ਸੁਨੀਲ ਜਾਖੜ ਨੂੰ ਮਿਹਣਾ ਮਾਰਿਆ ਤਾਂ ਸੰਦੀਪ ਜਾਖੜ ਆਪਣੇ ਚਾਚੇ ਦੀ ਸਪੋਰਟ 'ਚ ਉਤਰ ਆਏ ਤੇ ਆਪਸੇ ਹੀ ਪ੍ਰਧਾਨ ਰਾਜਾ ਵੜਿੰਗ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ। ਜਿੱਥੇ ਦਿੱਲੀ 'ਚ ਪਹਿਲਵਾਨਾਂ ਦਾ ਦੰਗਲ ਲਗਾਤਾਰ ਜਾਰੀ ਹੈ ਤੇ ਮੰਗ ਇਨਸਾਫ ਦੀ ਕੀਤੀ ਜਾ ਰਹੀ ਹੈ, ਤਾਂ ਇਹੀ ਦੰਗਲ ਕਾਂਗਰਸ ਦੇ ਵਿੱਚ ਕਲੇਸ਼ ਦੀ ਵਜ੍ਹਾ ਬਣ ਗਿਆ। ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੁਰਾਣੇ ਕਾਂਗਰਸੀ ਤੇ ਬੀਜੇਪੀ ਆਗੂ ਸੁਨੀਲ ਜਾਖੜ ਨੂੰ ਮਿਹਣਾ ਮਾਰਿਆ, ਤਾਂ ਫਿਰ ਅੱਗੋਂ ਭਤੀਜੇ ਸੰਦੀਪ ਜਾਖੜ ਆਪਣੇ ਚਾਚੇ ਲਈ ਢਾਲ ਬਣ ਕੇ ਖੜੇ ਹੋ ਗਏ ਤੇ ਆਪਣੇ ਪ੍ਰਧਾਨ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ। ਦਰਅਸਲ ਪੂਰੇ ਕਲੇਸ਼ ਦੀ ਸ਼ੁਰੂਆਤ ਰਾਜਾ ਵੜਿੰਗ ਦੇ ਟਵੀਟ ਤੋਂ ਹੋਈ। ਰਾਜਾ ਵੜਿੰਗ ਨੇ ਟਵੀਟ ਕਰਦੇ ਲਿਖਿਆ ਕਿ ਚੌਧਰੀ ਸੁਨੀਲ ਜਾਖੜ ਜੀ ਅਸਲੀ ਚੌਧਰੀ, ਦੇਸ਼ ਨੂੰ ਮਾਣ ਦਿਵਾਉਣ ਵਾਲੀਆਂ ਮਹਿਲਾ ਪਹਿਲਵਾਨਾਂ ਦੇ ਹੱਕ 'ਚ ਖੜੇ ਹੋਵੋ। ਉਸੇ ਜੋਸ਼ ਦੇ ਨਾਲ ਜਿੰਨੇ ਜੋਸ਼ ਨਾਲ ਤੁਸੀਂ ਸਾਡੇ ਖਿਲਾਫ ਫਰਸਟ੍ਰੇਸ਼ਨ ਕੱਢਦੇ ਹੋ, ਇਹ ਤੁਹਾਡੇ ਲਈ ਚੰਗਾ ਹੋਵੇਗਾ। ਆਸ ਹੈ ਬੀਜੇਪੀ 'ਚ ਤੁਹਾਡਾ ਦਮ ਨਹੀਂ ਘੁੱਟ ਰਿਹਾ ਹੋਣਾ। ਬਸ ਰਾਜਾ ਵੜਿੰਗ ਦੇ ਟਵੀਟ ਦੀ ਦੇਰੀ ਸੀ ਕਿ ਸੰਦੀਪ ਜਾਖੜ ਨੇ ਆਪਣੇ ਚਾਚੇ ਦੇ ਹੱਕ ਦੇ ਵਿੱਚ ਮੋਰਚਾ ਸੰਭਾਲ ਲਿਆ ਤੇ ਰਾਜਾ ਵੜਿੰਗ ਦੇ ਟਵੀਟ ਨੂੰ ਟੈਗ ਕਰਦਿਆਂ ਇਸ ਟਵੀਟ ਦੇ ਵਿੱਚ ਉਹਨਾਂ ਨੇ ਸੁਨੀਲ ਜਾਖੜ ਦਾ ਉਹ ਬਿਆਨ ਵੀ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਰੈਸਲਰਾਂ ਦੇ ਹੱਕ ਵਿੱਚ ਬੋਲੇ ਨੇ ਤੇ ਨਾਲ ਹੀ ਲਿਖਿਆ ਕਿ ਕਿਸੇ ਹੋਰ ਵਾਂਗ ਨਹੀਂ, ਸੁਨੀਲ ਜਾਖੜ ਜੀ ਅਸਲੀ ਨੇ। ਮੈਂ ਸੁਣਿਆ ਕੁਝ ਫਾਈਲਾਂ ਨੂੰ ਲੈ ਕੇ ਸੀਐਮ ਦੇ ਨਾਲ ਸਮਝੌਤਾ ਹੋਇਆ
ਤੇ ਨਿਊਜ਼ 18 ਦੇ ਨਾਲ ਗੱਲ ਕਰਦਿਆਂ ਆਪਣੇ ਬਿਆਨਾਂ ਨੂੰ ਮੁੜ ਦੁਹਰਾਇਆ ਤੇ ਕਹਿ ਦਿੱਤਾ ਕਿ ਆਮ ਚਰਚਾ ਹੈ ਕਿ ਵੱਡੇ ਲੈਵਲ ਤੇ ਕੰਪਰੋਮਾਈਜ਼ ਹੋਏ ਨੇ। ਮੈਂ ਆਪਣੀ ਗੱਲ ਰੱਖ ਦਿੱਤੀ ਹੈ, ਸਮਝਣ ਵਾਲੇ ਸਮਝ ਜਾਣਗੇ। ਸੁਨੀਲ ਜਾਖੜ ਜੀ ਨਾਲ ਖੜਾ ਜੀ, ਮੇਰੇ ਗੁਰੂ ਹੈ, ਰਾਜਨੀਤਿਕ ਗੁਰੂ ਹੈ, ਮੇਰੇ ਚਾਚਾ ਜੀ ਹੈ। ਦੇਖੋ ਮਤਲਬ ਪਤਾ ਨਹੀਂ ਉਹਨਾਂ ਨੇ ਪ੍ਰਧਾਨ ਜੀ ਨੇ ਬ੍ਰੈਕਟ ਤੇ ਲਿਖਿਆ ਸੀ ਵੀ ਅਸਲੀ ਤੇ ਨੈਚੁਰਲ ਹੈ। ਮੈਂ ਤਾਂ ਗੱਲ ਕਲੀਅਰ ਕੀਤੀ ਵੀ ਅਸਲੀ ਸੀਗੇ, ਅਸਲੀ ਹੈਗੇ, ਅਸਲੀ ਰਵਾਂਗੇ। ਐਂਡ ਦੇਖੋ ਦੂਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਕੱਲਾ ਮੈਂ ਨਹੀਂ, ਕੁਝ ਦਿਨ ਪਹਿਲੇ ਖਹਿਰਾ ਸਾਹਿਬ ਨੇ ਗੱਲ ਕੀਤੀ ਸੀ। ਆਈ ਗੱਲ ਬਰਿੰਦਰ ਢਿੱਲੋਂ ਜੀ ਜਿਹੜੇ ਯੂਥ ਦੇ ਪ੍ਰਧਾਨ ਰਹੇ ਉਹਨਾਂ ਨੇ ਕੀਤੀ ਸੀ ਵੀ ਆਮ ਚਰਚਾ ਹੈ, ਸੱਥਾਂ ਦੇ ਵਿੱਚ ਚਰਚਾ ਹੈ ਵੀ ਉੱਤੇ ਲੈਵਲ ਤੇ ਹੋ ਸਕਦਾ ਕੋਈ ਕੰਪਰੋਮਾਈਜ਼ ਹੋ ਗਏ ਹੁਣ, ਕਿਉਂਕਿ ਜਿਹੜੀ ਗੱਲਾਂ ਖਹਿਰਾ ਸਾਹਿਬ ਕਹਿ ਰਹੇ ਵੀ ਕੋਈ ਪਾਰਟੀ ਦਾ ਖੜਾ ਹੀ ਨਹੀਂ ਹੈ, ਕੋਈ ਮਤਲਬ ਮੁੱਦਿਆਂ ਤੇ ਗੱਲ ਨਹੀਂ ਕਰ ਰਿਹਾ। ਆਹੀ ਗੱਲ ਪਿਕ ਐਂਡ ਚੂਜ਼, ਜਿਵੇਂ ਜਿਹੜਾ ਵਿਜੀਲੈਂਸ ਦੇ ਵੀ ਜਿਹੜੇ ਰੇਡ ਹੋ ਰਹੇ ਹੈ ਜਾਂ ਜਿਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੀ ਪਿਕ ਐਂਡ ਚੂਜ਼ ਹੋ ਰਿਹਾ। ਇਹ ਕਲੇਸ਼ ਇੱਥੇ ਹੀ ਨਾ ਰੁਕਿਆ। ਮੁੜ ਰਾਜਾ ਵੜਿੰਗ ਨੇ ਟਵੀਟ ਕਰਦੇ ਸੰਦੀਪ ਜਾਖੜ ਤੇ ਤਿੱਖਾ ਪਲਟਵਾਰ ਕਰ ਦਿੱਤਾ। ਰਾਜਾ ਵੜਿੰਗ ਨੇ ਟਵੀਟ ਕਰਦੇ ਲਿਖਿਆ ਕਿ ਚਾਚੇ ਨੂੰ ਬਚਾਉਣ ਲਈ ਭਤੀਜਾ ਆਇਆ ਹੈ, ਸਾਰਾ ਖੇਡ ਭਾਜਪਾ ਨੇ ਰਚਾਇਆ ਹੈ। ਚਾਚੇ ਦੇ ਚੱਕਰ 'ਚ ਨਾ ਪਹਿਲਵਾਨ ਬੇਟੀ ਦਿਖੀ ਨਾ ਭੈਣ, ਚੱਲ ਮਖੌਟਾ ਉਤਾਰ ਕੇ ਖਾਕੀ ਨਿੱਕਰ ਪਹਿਨ। ਇੱਕ ਚਿਹਰੇ ਤੇ ਕਈ ਚਿਹਰੇ ਲਾ ਲੈਂਦੇ ਨੇ ਲੋਕ, ਜਦੋਂ ਜੀ ਚਾਹੁੰਦਾ ਨਵੀਂ ਦੁਨੀਆ ਵਸਾ ਲੈਂਦੇ ਨੇ ਲੋਕ। ਹੱਥ 'ਚ ਕਾਂਗਰਸ ਦਾ ਡੰਡਾ, ਉੱਤੇ ਭਾਜਪਾ ਦਾ ਝੰਡਾ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਜੋ ਲੰਬਾ ਸਮਾਂ ਕਾਂਗਰਸ ਦਾ ਹਿੱਸਾ ਰਹੇ ਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਬੀਜੇਪੀ ਦਾ ਪੱਲਾ ਫੜ ਲਿਆ। ਹਾਲਾਂਕਿ ਸੰਦੀਪ ਜਾਖੜ ਕਾਂਗਰਸ ਦਾ ਹੀ ਹਿੱਸਾ ਨੇ, ਪਰ ਚਾਚੇ ਦੀ ਸਪੋਰਟ ਦੇ ਵਿੱਚ ਆਪਣੇ ਪ੍ਰਧਾਨ ਤੇ ਸਵਾਲ ਖੜੇ ਕਰ ਦਿੱਤੇ ਤਾਂ ਰਾਜਾ ਵੜਿੰਗ ਨੇ ਇਸ ਤੋਂ ਵੀ ਅੱਗੇ ਵਧਦੇ ਹੋਏ ਤਿੱਖਾ ਨਿਸ਼ਾਨਾ ਸਾਧ ਦਿੱਤਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਰੁਕਾਂਗੇ ਅਗਲੀ ਖਬਰ ਦਾ। ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ FIR 'ਚ ਕਈ ਅਜਿਹੇ ਸੰਗੀਨ ਇਲਜ਼ਾਮ ਨੇ ਉਸ ਨੂੰ ਕਟਹਿਰੇ 'ਚ ਖੜੇ ਕਰਦੇ ਨੇ। ਨਿਊਜ਼ 18 ਪੰਜਾਬ ਨੂੰ ਉਹਨਾਂ FIRs ਦੀ ਕਾਪੀ ਮਿਲੀ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦਸਤਾਵੇਜ਼ ਸਾਹਮਣੇ ਆ ਚੁੱਕੇ ਨੇ। ਬ੍ਰਜਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦਰਜ FIR ਦੀ ਕਾਪੀ ਜਿਹੜੀ ਨਿਊਜ਼ 18 ਪੰਜਾਬ ਦੇ ਹੱਥ ਲੱਗੀ ਹੈ, ਉਸ ਦੇ ਵਿੱਚ IPC ਦੀ ਧਾਰਾ 354, 34 ਅਤੇ ਪੋਕਸੋ ਦਾ ਸੈਕਸ਼ਨ 10 ਵੀ ਲੱਗਿਆ ਹੋਇਆ ਹੈ। ਨਾਬਾਲਿਗ ਸਣੇ 7 ਪਹਿਲਵਾਨਾਂ ਨੇ ਬ੍ਰਜਭੂਸ਼ਣ ਸ਼ਰਨ ਸਿੰਘ ਤੇ ਇਲਜ਼ਾਮ ਲਗਾਏ ਨੇ, ਜਿਨ੍ਹਾਂ ਵਿੱਚ ਸੈਕਸ਼ੂਅਲ ਹਰਾਸਮੈਂਟ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਾਬਾਲਿਗ ਪਹਿਲਵਾਨ ਦੇ ਇਲਜ਼ਾਮਾਂ ਦੀ। ਨਾਬਾਲਿਗ ਪਹਿਲਵਾਨ ਨੇ ਦੱਸਿਆ ਕਿ ਕਿਸ ਤਰੀਕੇ ਬ੍ਰਜਭੂਸ਼ਣ ਸ਼ਰਨ ਸਿੰਘ ਨੇ ਉਸ ਨੂੰ ਕੱਸ ਕੇ ਫੜਿਆ, ਤਸਵੀਰ ਖਿਚਾਉਣ ਦੇ ਬਹਾਨੇ ਆਪਣੇ ਵੱਲ ਕੱਸ ਕੇ ਖਿੱਚਿਆ, ਮੋਢੇ ਤੇ ਕੱਸ ਕੇ ਦਬਾਇਆ ਤੇ ਆਪਣੇ ਹੱਥ ਉਸ ਦੀ ਛਾਤੀ ਦੇ ਨਾਲ ਰਗੜੇ। ਇਸ ਤੋਂ ਬਾਅਦ ਗੱਲ ਕਰੀਏ ਬਾਕੀ ਪਹਿਲਵਾਨਾਂ ਦੇ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੀ, ਤਾਂ ਪਹਿਲੀ ਮਹਿਲਾ ਪਹਿਲਵਾਨ ਨੇ ਇਲਜ਼ਾਮ ਲਾਏ ਨੇ ਕਿ ਹੋਟਲ ਦੇ ਰੈਸਟੋਰੈਂਟ ਦੇ ਵਿੱਚ ਡਿਨਰ ਦੇ ਵੇਲੇ ਮੁਲਜ਼ਮ ਨੇ ਮੈਨੂੰ ਆਪਣੀ ਟੇਬਲ ਤੇ ਸੱਦਿਆ, ਮੇਰੀ ਛਾਤੀ ਤੇ ਹੱਥ ਰੱਖਿਆ ਅਤੇ ਫਿਰ ਢਿੱਡ ਤੱਕ ਹੱਥ ਲੈ ਗਿਆ। ਮੁਲਜ਼ਮ ਨੇ ਅਜਿਹਾ 3-4 ਵਾਰ ਕੀਤਾ। ਮੁਲਜ਼ਮ ਨੇ ਆਪਣੇ ਦਫ਼ਤਰ ਵਿੱਚ ਮੈਨੂੰ ਗਲਤ ਤਰੀਕੇ ਛੂਇਆ, ਮੇਰੀ ਹਥੇਲੀ, ਗੋਡੇ, ਪੱਟ ਅਤੇ ਮੋਢਿਆਂ ਨੂੰ ਛੂਇਆ, ਫਿਰ ਮੇਰੀ ਛਾਤੀ ਅਤੇ ਢਿੱਡ ਨੂੰ ਵੀ ਛੂਇਆ। ਮੇਰੀ ਸਾਹ ਚੈੱਕ ਕਰਨ ਦੇ ਬਹਾਨੇ ਮੁਲਜ਼ਮ ਨੇ ਅਜਿਹਾ ਕੀਤਾ। ਦੂਜੀ ਮਹਿਲਾ ਪਹਿਲਵਾਨ ਨੇ ਇਲਜ਼ਾਮ ਲਾਏ ਨੇ ਮੈਂ ਮੈਟ ਤੇ ਪ੍ਰੈਕਟਿਸ ਕਰ ਰਹੀ ਸੀ ਜਦੋਂ ਮੁਲਜ਼ਮ ਮੇਰੇ ਕੋਲ ਆਇਆ, ਮੇਰੇ ਕੋਚ ਦੀ ਗੈਰ ਮੌਜੂਦਗੀ ਵਿੱਚ ਮੇਰੀ ਟੀ-ਸ਼ਰਟ ਉੱਪਰ ਨੂੰ ਖਿੱਚੀ, ਸਾਹ ਚੈੱਕ ਕਰਨ ਦੇ ਬਹਾਨੇ ਮੇਰੀ ਛਾਤੀ ਤੇ ਹੱਥ ਰੱਖਿਆ ਅਤੇ ਫਿਰ ਢਿੱਡ ਦੇ ਵੱਲ ਲੈ ਗਿਆ। ਫੈਡਰੇਸ਼ਨ ਦਫ਼ਤਰ ਦੇ ਵਿੱਚ ਮੇਰੇ ਜਾਣ ਤੇ ਮੇਰੇ ਭਰਾ ਨੂੰ ਬਾਹਰ ਬਿਠਾਇਆ, ਆਪਣੇ ਦਫ਼ਤਰ ਦਾ ਬੂਹਾ ਬੰਦ ਕਰਕੇ ਮੈਨੂੰ ਜ਼ਬਰਨ ਆਪਣੇ ਵੱਲ ਖਿੱਚਿਆ। ਤੀਜੀ ਮਹਿਲਾ ਪਹਿਲਵਾਨ ਨੇ ਇਲਜ਼ਾਮ ਲਾਏ ਨੇ ਕਿ ਵਿਦੇਸ਼ ਦੌਰੇ ਤੇ ਮੁਲਜ਼ਮ ਨੇ ਉਸ ਦੇ ਮਾਪਿਓ ਦੇ ਨਾਲ ਉਸ ਦੀ ਗੱਲ ਕਰਾਈ ਕਿਉਂਕਿ ਉਸ ਦੇ ਕੋਲ ਫੋਨ ਨਹੀਂ ਸੀ। ਇਸ ਮਗਰੋਂ ਮੁਲਜ਼ਮ ਨੇ ਮਹਿਲਾ ਪਹਿਲਵਾਨ ਨੂੰ ਆਪਣੇ ਬੈੱਡ ਤੇ ਬਿਠਾਇਆ ਅਤੇ ਇੱਕੋ ਦਮ ਉਸ ਨੂੰ ਘੁੱਟ ਕੇ ਜੱਫੀ ਪਾ ਲਈ। ਮਹਿਲਾ ਪਹਿਲਵਾਨ ਨੂੰ ਉਸ ਦੀ ਡਾਈਟ ਦਾ ਅਹਿਮ ਹਿੱਸਾ ਸਪਲੀਮੈਂਟਸ ਖਰੀਦ ਕੇ ਦੇਣ ਦੀ ਪੇਸ਼ਕਸ਼ ਕੀਤੀ ਗਈ ਤੇ ਇਸ ਦੇ ਬਦਲੇ ਸੈਕਸ਼ੂਅਲ ਫੇਵਰ ਮੰਗਿਆ ਗਿਆ। ਚੌਥੀ ਮਹਿਲਾ ਪਹਿਲਵਾਨ ਦਾ ਇਲਜ਼ਾਮ ਹੈ ਕਿ ਉਸ ਨੂੰ ਮੁਲਜ਼ਮ ਨੇ ਸੱਦਿਆ ਤੇ ਅਚਾਨਕ ਉਸ ਦੀ ਟੀ-ਸ਼ਰਟ ਖਿੱਚ ਕੇ ਉੱਪਰ ਕਰ ਦਿੱਤੀ। ਮੁਲਜ਼ਮ ਨੇ ਇਸ ਮਗਰੋਂ ਉਸ ਦੀ ਧੁੰਨੀ ਨੂੰ ਇਹ ਕਹਿ ਕੇ ਛੁਇਆ ਕਿ ਉਹ ਮੇਰੀ ਸਾਹ ਚੈੱਕ ਕਰ ਰਿਹਾ ਹੈ। ਮੁਲਜ਼ਮ ਕਿਸੇ ਵੀ ਤਰੀਕੇ ਗਲਤ ਹਰਕਤਾਂ ਕਰਨ ਦਾ ਮੌਕਾ ਲੱਭਦਾ ਰਹਿੰਦਾ ਸੀ ਔਰ ਇਸੇ ਕਰਕੇ ਉਸ ਮਹਿਲਾ ਪਹਿਲਵਾਨ ਨੇ ਨਾਸ਼ਤੇ, ਲੰਚ ਜਾਂ ਡਿਨਰ ਦੇ ਲਈ ਇਕੱਲੇ ਨਾ ਜਾਣ ਦਾ ਫੈਸਲਾ ਕੀਤਾ। ਪੰਜਵੀਂ ਮਹਿਲਾ ਪਹਿਲਵਾਨ ਦਾ ਇਲਜ਼ਾਮ ਹੈ ਕਿ ਖਿਡਾਰੀਆਂ ਦੀ ਗਰੁੱਪ ਫੋਟੋ ਦੇ ਵੇਲੇ ਮੁਲਜ਼ਮ ਉਸ ਦੇ ਕੋਲ ਆਣ ਕੇ ਖੜ ਗਿਆ ਤਾਂ ਇੱਕੋਦਮ ਮੁਲਜ਼ਮ ਨੇ ਆਪਣਾ ਹੱਥ ਪਹਿਲਵਾਨ ਦੇ ਪਿੱਛੇ ਰੱਖ ਦਿੱਤਾ। ਮਹਿਲਾ ਪਹਿਲਵਾਨ ਉਸ ਥਾਂ ਤੋਂ ਹਟਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਮੁਲਜ਼ਮ ਨੇ ਉਸ ਨੂੰ ਮੋਢੇ ਤੋਂ ਫੜ ਕੇ ਦੱਬ ਦਿੱਤਾ। ਜਦਕਿ 6ਵੀਂ ਮਹਿਲਾ ਪਹਿਲਵਾਨ ਦਾ ਇਲਜ਼ਾਮ ਹੈ ਕਿ ਤਸਵੀਰ ਖਿਚਾਉਣ ਦੇ ਬਹਾਨੇ ਮੁਲਜ਼ਮ ਨੇ ਮੈਨੂੰ ਆਪਣੇ ਵੱਲ ਖਿੱਚਿਆ, ਮੈਨੂੰ ਮੋਢੇ ਤੋਂ ਫੜ ਕੇ ਆਪਣੇ ਨਾਲ ਚਿਪਕਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਸਨੇ ਅਜਿਹਾ ਕਰਨ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਧਮਕੀ ਦਿੱਤੀ
ज्यादा स्मार्ट बन रही है कि तू अगे कोई कंपटीशन नहीं खेडना।